Good afternoon, everyone. Welcome to Dream IS. So your long wait is over. आज ਦਾ ਸੈਸ਼ਨ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਅੱਜ ਆਪਣੀ ਪੋਲਿਟੀ PYQ ਸੀਰੀਜ਼ ਸਟਾਰਟ ਹੋਣ ਜਾ ਰਹੀ ਹੈ। ਪ੍ਰੀਵੀਅਸ ਈਅਰ ਕੁਐਸਚਨਸ ਇੱਕ ਟੌਪਰ ਦੀ ਲਾਈਫ ਦੇ ਵਿੱਚ, ਇੱਕ ਐਸਪਾਇਰੈਂਟ ਦੀ ਲਾਈਫ ਦੇ ਵਿੱਚ ਕਾਫੀ ਹੱਦ ਤੱਕ ਇੰਪੋਰਟੈਂਟ ਹੁੰਦੇ ਨੇ, ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਐਂਡ ਟੁਡੇ ਵੀ ਆਰ ਗੋਇੰਗ ਟੂ ਸਟਾਰਟ ਦ ਸੀਰੀਜ਼। ਐਵਰੀ ਡੇ ਵੀ ਵਿਲ ਕਵਰ 10 ਕੁਐਸਚਨਸ। ਉਹ ਹਰ 10 ਕੁਐਸਚਨਸ ਦੇ ਵਿੱਚ ਆਪਾਂ ਉਹ ਪੂਰਾ ਕਨਸੈਪਟ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ, ਐਨਾਲਾਈਜ਼ ਕਰਾਂਗੇ ਐਂਡ ਡਿਸਕਸ ਕਰਾਂਗੇ। ਸੋ ਹੇਅਰ ਵੀ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਆਪਦੇ ਆਪ ਨੂੰ ਇੰਟਰੋਡਿਊਸ ਕਰੂੰਗੀ। ਮਾਈ ਨੇਮ ਇਜ਼ ਈਸ਼ਾ ਐਂਡ ਆਈ ਐਮ ਵਨ ਆਫ ਦ ਫੈਕਲਟੀ ਆਫ Dream IS that help you in political science as well as economics to boost your confidence as well as revision. So let's start. First question tells us about 10th schedule. 10th schedule ਕੀ ਸੀ? Before options, 10th schedule ਤੁਸੀਂ ਕੀ ਸਮਝਦੇ ਹੋ? ਕਿਸ ਟੌਪਿਕ ਬਾਰੇ ਗੱਲ ਕਰਦਾ ਹੈ? We all know that is anti-defection law. ਆਪਾਂ ਆਇਆ ਰਾਮ ਗਿਆ ਰਾਮ ਰਿਗਾਰਡਿੰਗ 10th ਸ਼ੈਡਿਊਲ ਤੋਂ ਇੱਕਦਮ ਆਪਣੇ ਮਾਈਂਡ ਦੇ ਵਿੱਚ ਸਟਕ ਹੁੰਦੀ ਹੈ ਗੱਲ ਕਿ ਉਹ MP ਜੋ ਕਿ 3 ਵਾਰ ਜਿਹਨੇ ਸਵਿਚ ਕੀਤੀ ਆਪਦੀ ਪਾਰਟੀਜ਼। ਐਂਡ ਇਹ ਡਿਫੈਕਸ਼ਨ ਲਾਅ ਆਪਾਂ ਨੂੰ ਕੀ ਸਮਝਾਉਂਦਾ ਹੈ ਕਿ ਪ੍ਰੀਵੈਂਟ ਕਰਨਾ, ਠੀਕ ਹੈ, ਕਿਸ ਚੀਜ਼ ਤੋਂ ਪ੍ਰੀਵੈਂਟ ਕਰਨਾ, ਸੋ ਦੈਟ ਜਿਹੜੇ ਆਪਣੇ ਪੋਲੀਟੀਕਲ ਲੀਡਰਸ ਨੇ, ਠੀਕ ਹੈ, ਆਪਣੇ ਪੋਲੀਟੀਕਲ ਪਾਰਟੀਜ਼ ਦੇ ਜੋ ਲੀਡਰਸ ਨੇ ਉਹ ਸਵਿਚ ਨਾ ਕਰ ਪਾਣ ਇਹ ਪਾਰਟੀਜ਼, ਸੋ ਦੈਟ ਇਟ ਮੇ ਨਾਟ ਕ੍ਰੀਏਟ ਪੋਲੀਟੀਕਲ ਡਿਸਟੇਬਿਲਿਟੀ, ਰਾਈਟ। ਸੋ ਫਰੋਮ ਦਿਸ ਕੁਐਸਚਨ ਆਪਾਂ ਦੇਖਣਾ ਕਿਹੜਾ ਕੁਐਸਚਨ ਕਰੈਕਟ ਹੈ ਰਿਗਾਰਡਿੰਗ 10th schedule. Let's discuss. The provisions of 10th schedules are not applicable to the member of Rajya Sabha. Rajya Sabha ਦੇ members ਦੇ ਵਿੱਚ ਇਹ applicable ਨਹੀਂ ਹੁੰਦਾ। What do you think? Answer me down below. So let me clear you ਕਿ ਇਹ ਸਟੇਟਮੈਂਟ ਬਿਲਕੁਲ ਹੀ ਰੋਂਗ ਹੈ। ਜਿਹੜੇ ਪ੍ਰੋਵੀਜ਼ਨਸ ਆਪਣੇ 10th ਸ਼ੈਡਿਊਲ ਆਪਾਂ ਐਂਟੀ ਡਿਫੈਕਸ਼ਨ ਲਾਅ ਦੇ ਵਿੱਚ ਡਿਸਕਸ ਕਰਦੇ ਹਾਂ ਉਸ ਦੇ ਵਿੱਚ ਆਪਣੇ ਜਿਹੜੇ ਮੈਂਬਰਸ ਨੇ ਰਾਜ ਸਭਾ ਦੇ ਉਹ ਬਿਲਕੁਲ ਹੀ ਇਨਕਲੂਡ ਹੁੰਦੇ ਨੇ। ਨੈਕਸਟਲੀ ਵਿਲ ਡਿਸਕਸ ਅਬਾਊਟ ਅ ਮੈਂਬਰ ਡਿਸਕੁਆਲੀਫਾਈਡ ਅੰਡਰ 10th ਸ਼ੈਡਿਊਲ ਵਿਲ ਨਾਟ ਬੀ ਐਲੀਜੀਬਲ ਟੂ ਕੰਟੈਸਟ ਬਾਈ ਇਲੈਕਸ਼ਨ। ਵਾਈ? ਤੁਸੀਂ ਬਾਈ ਇਲੈਕਸ਼ਨਸ ਵਰਡ ਸੁਣਿਆ ਹੋਣਾ। ਫॉर एग्जांपल ਕੋਈ ਸੀਟ ਵੇਕੈਂਟ ਹੋ ਜਾਂਦੀ ਹੈ ਤਾਂ ਉਸ ਟਾਈਮ ਆਪਾਂ ਬਾਈ ਇਲੈਕਸ਼ਨਸ ਕਰਦੇ ਆ। ਇਹਨਾਂ ਦੀ ਸਟੇਟਮੈਂਟ ਦਾ ਕੀ ਮਤਲਬ ਹੈ ਕਿ ਇੱਕ ਮੈਂਬਰ ਜੋ ਕਿ ਡਿਸਕੁਆਲੀਫਾਈਡ ਹੋ ਗਿਆ, if a person is disqualified in 10th schedule but will not be eligible, this again the statement is wrong as it's talk about by elections ਆਪਾਂ eligible ਹੈ ਹੀ ਨਹੀਂ, ਆਪਾਂ ਕਰ ਹੀ ਨਹੀਂ ਸਕਦੇ, but this is again wrong. Next, the decision of the deciding authority about disqualification under the 10th schedules is final and cannot be subject to judicial review. Judicial review ਦੀ ਗੱਲ ਹੋ ਰਹੀ ਹੈ। what do you mean by judicial review? ਅਗਰ ਆਪਾਂ ਇਸ ਸਟੇਟਮੈਂਟ ਦੀ ਗੱਲ ਕਰੀਏ ਤਾਂ ਕੀ ਇਹਨਾਂ ਨੇ ਦੱਸਿਆ ਗਿਆ ਹੈ, ਫॉर एग्जांपल ਕੋਈ MP ਹੈ, ਕੋਈ MP ਇੱਕ 10th ਸ਼ੈਡਿਊਲ ਦੇ ਅੰਡਰ ਅਗਰ ਕਿਸੇ ਸਪੀਕਰ ਨੇ ਉਹਨੂੰ ਡਿਸਕੁਆਲੀਫਾਈ ਕਰਤਾ ਤਾਂ ਮਤਲਬ ਉਹ ਕੋਰਟ ਤੱਕ ਨਹੀਂ ਜਾ ਸਕਦਾ। Is this statement true? ਇੱਕ MP ਬਣਨ ਲਈ ਕਿੰਨਾ ਟਾਈਮ ਲੱਗਦਾ ਹੈ? What you will say? ਕਿੰਨਾ ਪੈਸਾ ਲੱਗਦਾ ਹੈ? ਐਂਡ ਫॉर एग्जांपल 1-2 ਦਿਨਾਂ ਵਿੱਚ ਹੀ ਇੱਕ ਸਪੀਕਰ ਨੇ ਉਹਨੂੰ ਡਿਸਕੁਆਲੀਫਾਈ ਕਰਤਾ ਤਾਂ ਕਿ ਉਹਦਾ ਇੰਨਾ ਵੀ ਹੱਕ ਨਹੀਂ ਕਿ ਉਹ ਕੋਰਟ ਤੱਕ ਜਾ ਪਾਵੇ। ਸੋ ਅਗੇਨ ਵੀ ਵਿਲ ਸੇ ਦਿਸ ਸਟੇਟਮੈਂਟ ਇਜ਼ ਐਬਸੋਲਿਊਟਲੀ ਇਨਕਰੈਕਟ। ਲਾਸਟ ਆਪਸ਼ਨ, the question of disqualification under 10th schedule is decided by presiding officers. This is actually correct statement and apna answer is D. And what they have said कि ਜਿਹੜਾ disqualification ਹੁੰਦੀ ਹੈ ਆਪਣੇ anti defection law ਦੇ ਅੰਡਰ ਆਪਣੇ 10th schedule ਦੇ ਅੰਡਰ ਉਹ ਕੌਣ ਡਿਸਾਈਡ ਕਰਦੇ ਆ? ਆਪਣੇ ਜਿਹੜੇ ਆਪਣੇ presiding officers ਹੁੰਦੇ ਨੇ ਉਹ ਡਿਸਾਈਡ ਕਰਦੇ ਆ। ਤਾਂ ਮਤਲਬ ਇੱਕ ਕੁਐਸਚਨ ਦੇ ਵਿੱਚ ਆਪਾਂ ਨੇ ਪੂਰਾ 10th schedule ਸਮਝ ਲਿਆ ਕਿ ਕੀ ਆਪਣਾ ਐਂਟੀ ਡਿਫੈਕਸ਼ਨ ਲਾਅ ਹੈ, ਆਇਆ ਰਾਮ ਗਿਆ ਰਾਮ ਦੀ ਕੀ ਚੀਜ਼ ਸੀਗੀ, ਠੀਕ ਹੈ, ਕਿਵੇਂ ਜਿਹੜੇ ਪਾਰਟੀਜ਼ ਸਵਿਚ ਕਰਦੇ ਨੇ ਅੱਗੇ ਉਹਨਾਂ ਦੇ ਕੀ ਪ੍ਰੋਵੀਜ਼ਨਸ ਜਿਹੜੇ ਕਰੈਕਟ ਹੈ ਇਨਕਰੈਕਟ ਹੈ। this was the first question of this series. So let's begin further. Answer is D. ਚਲੋ ਅੱਗੇ ਚੱਲਣ ਤੋਂ ਪਹਿਲਾਂ ਕੁਝ ਚੀਜ਼ਾਂ ਕਾਫੀ ਇੰਪੋਰਟੈਂਟ ਹੁੰਦੀਆਂ ਨੇ, we all know, regarding the team, regarding this platform. All those aspirants who are watching this channel first time and also other ones, ਇਹ ਚੀਜ਼ ਕਾਫੀ ਇੰਪੋਰਟੈਂਟ ਹੈ ਤੁਹਾਨੂੰ ਸਭ ਨੂੰ ਦੱਸਣ ਲਈ ਕਿ ਇਹ ਪਲੇਟਫਾਰਮ ਤੁਹਾਡੇ ਲਈ ਕਿਉਂ ਇੰਪੋਰਟੈਂਟ ਹੈ।
ਇੱਥੇ ਤੁਹਾਨੂੰ ਕਿਉਂ ਬੈਸਟ ਫੈਸਿਲਿਟੀ ਮਿਲੂਗੀ, ਵਾਈ ਵੀ ਆਰ ਬੈਸਟ। ਸੋ ਨੰਬਰ 1 ਪੁਆਇੰਟ ਇਫ ਆਈ ਸਪੀਕ ਅਬਾਊਟ ਕਿ ਡੈਡੀਕੇਟਡ ਐਂਡ ਪੈਸ਼ਨੇਟ ਮੈਂਟਰਸ। ਸਭ ਤੋਂ ਪਹਿਲਾ ਪੁਆਇੰਟ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ ਕੀ ਹੁੰਦਾ ਹੈ ਕਿ ਉਹਨੂੰ ਇੱਕ ਅੱਛੇ ਮੈਂਟੋਰ ਤੋਂ ਪੜ੍ਹਨ ਦਾ ਮੌਕਾ ਮਿਲਦਾ ਹੈ। ਠੀਕ ਹੈ, ਜਦੋਂ ਤੱਕ ਬੰਦੇ ਦਾ ਗਾਈਡੈਂਸ ਸਟਰੋਂਗ ਨਹੀਂ ਹੁੰਦਾ ਉਹ ਅੱਗੇ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋ ਸਕਦਾ, ਵੀ ਆਲ ਨੋ ਰਾਈਟ। ਸੋ ਡੈਡੀਕੇਟਡ ਐਂਡ ਪੈਸ਼ਨੇਟ ਮੈਂਟਰਸ ਵੀ ਪ੍ਰੋਵਾਈਡ। ਠੀਕ ਹੈ, ਸਾਡੇ ਰਜਤ ਸਰ ਨੇ ਜਿਹੜੇ ਸੀ ਸੈਟ ਦੇ ਗੁਰੂ ਨੇ, ਮਨਿੰਦਰ ਸਰ ਜੋ ਖੁਦ ਇੱਕ ਰੈਂਕਰ ਨੇ, ਤੁਹਾਨੂੰ ਸਭ ਤੋਂ ਪਹਿਲੀ ਗੱਲ ਇੱਕ ਰੈਂਕਰ ਤੋਂ ਪੜ੍ਹਨ ਦੀ ਓਪਰਚੁਨਿਟੀ ਮਿਲੂਗੀ, ਇਹ ਤੋਂ ਵੱਡੀ ਕੋਈ ਚੀਜ਼ ਵੀ ਨਹੀਂ ਹੈ। ਨੈਕਸਟ ਫੈਕਲਟੀ ਇੰਕਲੂਡਿੰਗ ਮੀ ਕਿ ਮੈਂ ਐਜ਼ ਅਕੈਡਮਿਕਲੀ ਕਾਫੀ ਪੋਲੀਟੀਕਲ ਐਂਡ ਇਕਨੋਮਿਕਸ ਦੇ ਵਿੱਚ ਐਕਸਪਰਟ ਹਾਂ, ਦੈਟ ਵਿਲ ਗਾਈਡ ਯੂ, ਦੈਟ ਵਿਲ ਹੈਲਪ ਯੂ। ਠੀਕ ਹੈ, ਨੈਕਸਟ ਚੀਜ਼ ਅਗਰ ਆਪਾਂ ਗੱਲ ਕਰੀਏ, ਵੀ ਪ੍ਰੋਵਾਈਡ ਪਰਸਨਲ ਮੈਂਟੋਰਸ਼ਿਪ, ਲਾਈਵ ਕਲਾਸਿਸ, ਆਫਲਾਈਨ ਕਲਾਸਿਸ। ਠੀਕ ਹੈ, ਇਹ ਸਾਰੀ ਕਲਾਸਿਸ ਤੁਹਾਨੂੰ ਪ੍ਰੋਵਾਈਡ ਕਰੀਆਂ ਜਾਣਗੀਆਂ ਵਿਦ ਕਰੰਟ ਅਫੇਅਰਸ, ਵਿਦ ਪੂਰਾ ਸਟੱਡੀ ਮਟੀਰੀਅਲ। ਅਗਰ ਆਪਾਂ ਕੋਰਸ ਦੀ ਵੀ ਗੱਲ ਕਰਦੇ ਹਾਂ ਰਾਦਰ ਦੈਨ ਦਿਸ, ਦੈਨ ਆਪਣਾ 12 ਮੰਥ ਦੀ ਲਰਨਿੰਗ ਹੈ, ਟੋਟਲ 12 ਮੰਥ ਦਾ ਕੋਰਸ ਹੈ, ਐਂਡ ਜਿਹਦੇ ਵਿੱਚ ਆਪਾਂ ਮੰਥਲੀ ਸਬਜੈਕਟਸ ਵੀ ਡਿਸਕਸ ਕਰਦੇ ਹਾਂ ਡਿਟੇਲ ਦੇ ਵਿੱਚ। ਠੀਕ ਹੈ, ਲੈਟਸ ਵੀ ਪ੍ਰੋਵਾਈਡ ਲਾਈਵ ਆਨਲਾਈਨ ਆਫਲਾਈਨ ਕਲਾਸਿਸ, ਸਬਜੈਕਟ ਵਾਈਜ਼ ਕੋਚਿੰਗ ਵੀ ਪ੍ਰੋਵਾਈਡ, ਨੈਕਸਟ ਸਟੱਡੀ ਮਟੀਰੀਅਲ, ਕਰੰਟ ਅਫੇਅਰਸ। ਮਤਲਬ ਇੱਕ ਸਟੂਡੈਂਟ ਨੂੰ ਜੋ ਚਾਹੀਦਾ ਹੁੰਦਾ ਹੈ 100% ਅਟੈਂਸ਼ਨ, ਵੈਦਰ ਉਹ ਐਡਮਿਸ਼ਨ ਆਨਲਾਈਨ ਕਰਾਵੇ ਆਫਲਾਈਨ ਕਰਵਾਵੇ, ਟੈਸਟ ਰਿਵੀਜ਼ਨ ਟੈਸਟ, ਉਹ ਦੋਨਾਂ ਹੀ ਤਰੀਕਿਆਂ ਨਾਲ ਮਿਲਦੇ ਨੇ। ਓਕੇ, ਐਂਡ ਫॉर ਮੋਰ ਕਿ ਜੋ ਸਟੂਡੈਂਟ ਰੀਅਲੀ ਚਾਹੁੰਦੇ ਨੇ ਇੱਕ ਅੱਛੇ ਰੈਂਕਰ ਤੋਂ ਸਟੱਡੀ ਕਰਨਾ, ਇੱਕ ਇੰਨੀ ਅੱਛੀ ਟੀਮ ਤੋਂ ਪੜ੍ਹਨਾ, ਉਹਨਾਂ ਦੀ ਗਾਈਡੈਂਸ ਦੇ ਅੰਡਰ ਆ ਕੇ ਆਪਦਾ ਕੋਈ ਰੈਂਕ ਕੁਆਲੀਫਾਈ ਕਰਨਾ। ਠੀਕ ਹੈ, ਉਹ ਸਾਨੂੰ ਵਿਜ਼ਿਟ ਵੀ ਕਰ ਸਕਦੇ ਨੇ ਐਡਰੈਸ ਤੇ, ਐਂਡ ਦੇ ਕੈਨ ਕਾਲ ਇਨ ਦਿਸ ਨੰਬਰ। ਠੀਕ ਹੈ, ਐਂਡ ਲੈਟਸ ਮੂਵ ਫॉरवर्ड। Next question is, which of the following statement is not correct about the governor? ਅੱਛਾ, ਜਦੋਂ ਗਵਰਨਰ ਦੀ ਗੱਲ ਆਉਂਦੀ ਹੈ ਤਾਂ ਸੈਂਟਰ ਤੇ ਕੌਣ ਹੈ? ਆਪਣਾ ਪ੍ਰੈਜ਼ੀਡੈਂਟ। ਆਟੋਮੈਟਿਕਲੀ ਆਪਣੇ ਦਿਮਾਗ ਦੇ ਵਿੱਚ ਕੀ ਸਟਕ ਆਉਂਦਾ ਹੈ ਕਿ ਸੈਂਟਰ ਦੇ ਜਿਹੜਾ ਹੈਡ ਹੁੰਦਾ ਉਹ ਕੌਣ ਹੁੰਦਾ ਹੈ? ਪ੍ਰੈਜ਼ੀਡੈਂਟ। ਐਂਡ ਸਟੇਟ ਤੇ ਕੌਣ ਹੈਡ ਹੁੰਦਾ ਹੈ? ਗਵਰਨਰ। ਗਵਰਨਰ ਦੇ ਰਿਗਾਰਡਿੰਗ ਕੀ ਆਪਾਂ ਨੂੰ ਚੀਜ਼ਾਂ ਮਿਲਦੀਆਂ ਨੇ, ਵੀ ਵਿਲ ਸੀ। For example, the constitution. Okay, constitution provides the appointment of the same person as governor for 2 or more states. Correct me if I'm wrong. 2 or more states की गवर्नर हो सकता है? वेरी राइट, हो सकता है, बिल्कुल हो सकता है, बट आपा की करना है आंसर विच स्टेटमेंट इज इनकरेक्ट। दिस ऑल आर PYQs, यू हैव टू रीड इट एंड डील वेरी वाइजली। तो अपना पहला स्टेटमेंट इज ऑब्वियसली करेक्ट कि एक गवर्नर ਜਿਹੜਾ ਹੈਗਾ कि कॉन्स्टिट्यूशन की प्रोवाइड करती है कि ਜਿਹੜਾ सेम पर्सन हैगा वो 2 स्टेट का भी गवर्नर बन सकता है। ओके, नैक्सट पॉइंट अगर आप गल करिए, ही होल्ड्स ऑफिस ड्यूरिंग द प्लेजर ऑफ प्रेजिडेंट। प्रेजिडेंट ਦੇ ਮਤਲਬ ਪ੍ਰੈਜ਼ੀਡੈਂਟ ਇੱਕ ਗਵਰਨਰ ਨੂੰ ਅਪਾਇੰਟ ਕਰਦਾ ਹੈ। ਕਿੰਨੀ ਅੱਛੀ ਚੀਜ਼ ਹੈ ਇਹ ਚੀਜ਼, ਅਗਰ ਆਪਾਂ ਸੁਣਨ ਦੇ ਵਿੱਚ ਆਉਂਦੀ ਹੈ ਕਿ ਸੈਂਟਰ ਦਾ ਜ਼ਿਆਦਾ ਰੋਲ ਹੈ, ਰਾਈਟ। ਪ੍ਰੈਜ਼ੀਡੈਂਟ ਦਾ ਹੋਲਡ ਕਰਨਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰੈਜ਼ੀਡੈਂਟ ਦਾ ਅਪਾਇੰਟ ਕਰਨਾ ਇੱਕ ਗਵਰਨਰ ਨੂੰ, ਕਿਹੜਾ ਸਟਰਕਚਰ ਆਪਾਂ ਨੂੰ ਡਿਫਾਈਨ ਕਰਦਾ ਹੈ ਰਿਗਾਰਡਿੰਗ ਕੁਆਸੀ ਫੈਡਰਲ ਸਟਰਕਚਰ, ਜਿਹਦੇ ਵਿੱਚ ਆਪਾਂ ਨੂੰ ਕੀ ਪਤਾ ਲੱਗਦਾ ਕਿ ਸੈਂਟਰ ਦੀ ਪਾਵਰ ਸਟੇਟ ਨਾਲੋਂ ਜ਼ਿਆਦਾ ਹੁੰਦੀ ਹੈ। ਠੀਕ ਹੈ, ਤਾਂ ਆਟੋਮੈਟਿਕਲੀ ਆਪਣਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਗਵਰਨਰ ਨੂੰ ਅਪਾਇੰਟ ਕਰੂਗਾ। So next statement is obviously correct. He holds the office during the pleasure of the president. Very correct. Nextly, the term of 5 years. देखो मैंने स्टार्टिंग ਦੇ ਗਵਰਨਰ ਦੇ ਵਿੱਚ ਕੀ ਗੱਲ ਕੀਤੀ ਕਿ ਆਪਣੇ ਜਿਹੜੀ ਸੈਂਟਰ ਦੇ ਆਪਣਾ ਹੈਡ ਹੁੰਦਾ ਉਹ ਕੌਣ ਹੈ? ਆਪਣਾ ਪ੍ਰੈਜ਼ੀਡੈਂਟ ਹੈ। ਐਂਡ ਸੇਮਲੀ ਗਵਰਨਰ ਕੀ ਹੈ? ਗਵਰਨਰ ਆਪਣਾ ਸਟੇਟ ਦਾ ਹੈਡ ਹੈ। ਤਾਂ ਇਹਨਾਂ ਦਾ ਟੈਨਿਓਰ ਪੀਰੀਅਡ ਬਿਲਕੁਲ ਐਗਜ਼ੈਕਟਲੀ ਸੇਮ ਹੈ, ਬਟ ਇੱਕ ਚੀਜ਼ ਥੋੜੀ ਜਿਹੀ ਧਿਆਨ ਵਾਲੀ ਇੱਕ ਚੀਜ਼ ਡਿਫਰੈਂਟ ਹੈ ਕਿ ਗਵਰਨਰ ਕਦੋਂ ਵੀ ਆਪਾਂ ਮਤਲਬ ਉਹਦੀ ਸੀਟ ਲੈ ਸਕਦੇ ਹਾਂ। ਠੀਕ ਹੈ, ਆਪਾਂ ਕਦੋਂ ਵੀ ਉਹਨੂੰ ਆਪਦੀ ਸੀਟ ਤੋਂ ਹਟਾ ਸਕਦੇ ਹਾਂ। ਇਨ ਦ ਕੇਸ ਆਫ ਗਵਰਨਰ ਵੀ ਵਿਲ ਟਾਕ ਅਬਾਊਟ। ਸੋ ਯੈਸ, ਦਿਸ ਟੈਨਿਓਰ ਪੀਰੀਅਡ। ਠੀਕ ਹੈ, ਅਗਰ ਆਪਾਂ ਟੈਨਿਓਰ 5 ਇਅਰਸ ਦੀ ਗੱਲ ਕਰੀਏ, ਸੋ ਦਿਸ ਸਟੇਟਮੈਂਟ ਇਜ਼ obviously correct. Okay, next we'll discuss, he should be qualified for election as a member for the state legislative. So eligibility criteria ਦੀ ਗੱਲ ਹੋ ਰਹੀ ਹੈ। eligibility criteria ਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ he should be the member of parliament or state legislative assembly। ਆਪਾਂ ਕਹਿੰਦੇ state legislature, that is very incorrect ਕਿਉਂਕਿ to be the governor a person never, eligibility criteria ਦੀ ਮੈਂ ਗੱਲ ਕਰ ਰਹੀ ਹਾਂ, never should be the member of the parliament or the legislature. So what is our answer? We have to told incorrect statement, that is D, option D. Let's move further. Answer is D, we all know.
ਓਕੇ, ਕਮਿਸ਼ਨਸ ਦੀ ਗੱਲ ਆ ਗਈ। ਇਸ ਦੇ ਵਿੱਚ ਆਪਾਂ ਕਾਫੀ ਕਮਿਸ਼ਨਸ ਬਾਰੇ ਆਪਸ਼ਨਸ ਦੇਖਾਂਗੇ ਕਿ ਕਮਿਸ਼ਨ ਦਾ ਕੀ ਕਿਹੜੀ ਕਮਿਸ਼ਨ ਸੀਗੀ। ਐਂਡ ਕੁਐਸਚਨ ਪੜਨ ਤੋਂ ਪਹਿਲਾਂ ਯੂ ਮਸਟ ਰਿਮੈਂਬਰ ਕਿ ਮਤਲਬ ਜਿਹੜੀ 1983 ਦੀ ਗੱਲ ਕੀਤੀ ਜਾ ਰਹੀ ਹੈ, 1983 ਦੇ ਵਿੱਚ ਕੀ ਹੋਇਆ ਸੀਗਾ। ਕਾਫੀ ਸਕਸੈਸ਼ਨ ਮੂਵਮੈਂਟਸ ਚੱਲ ਰਹੀਆਂ ਸੀ। ਚਲੋ with line to line explain you better, right? ਕਿ the commission was set up in June 1983। ਉਹਨਾਂ ਨੇ ਆਪਾਂ ਨੂੰ ਕੀ ਕਿਹਾ ਕਿ ਜਿਹੜੀ ਕਮਿਸ਼ਨ ਸੀ ਉਹ ਕਦੋਂ ਬਣੀ ਸੀ, 1983 ਦੇ ਵਿੱਚ, ਜੂਨ ਦੇ ਵਿੱਚ, ਠੀਕ ਹੈ। to examine the relationship between balance of power between state and central government। ਹੁਣ ਮੈਂ ਤੁਹਾਨੂੰ ਥੋੜੀ ਜਿਹੀ ਬਰੀਫ ਦੇ ਦਾਂ। 1983 ਦੇ ਟਾਈਮ ਦੇ ਵਿੱਚ, ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਕੀ ਚੀਜ਼ਾਂ ਚੱਲ ਰਹੀਆਂ ਸੀਗੀਆਂ। ਕਾਫੀ ਸਕਸੈਸ਼ਨ ਮੂਵਮੈਂਟਸ ਚੱਲ ਰਹੀਆਂ ਸੀ, ਜਿਹਦੇ ਕਾਰਨ ਪੂਰੀ ਇੰਟੀਗ੍ਰਿਟੀ ਮੇਨਟੇਨ ਕਰਨਾ ਕਾਫੀ ਔਖਾ ਹੋ ਗਿਆ ਸੀ। ਡਿਊ ਟੂ ਵਿਚ ਇੰਦਰਾ ਗਾਂਧੀ ਨੇ ਕੀ ਡਿਸਾਈਡ ਕੀਤਾ ਕਿ ਇੱਕ ਕਮਿਸ਼ਨ ਦੀ ਕਾਫੀ ਇੰਪੋਰਟੈਂਸ ਹੈ, ਕਾਫੀ ਜ਼ਰੂਰੀ ਹੈ ਇੱਕ ਕਮਿਸ਼ਨ ਨੂੰ ਇੰਪਲੀਮੈਂਟ ਕਰਨਾ, ਜਿਹੜੀ ਕਿ ਐਗਜ਼ਾਮਿਨ ਕਰੂਗੀ ਦੋਨੋਂ ਸੈਂਟਰ ਐਜ਼ ਵੈਲ ਐਜ਼ ਸਟੇਟ ਦੇ ਰਿਲੇਸ਼ਨਸ਼ਿਪਸ ਨੂੰ, ਠੀਕ ਹੈ। ਹੁਣ ਬੈਕ ਮੂਵਿੰਗ ਟੂ ਦ ਕੁਐਸਚਨ, ਮੈਂ ਤੁਹਾਨੂੰ ਬਰੀਫ ਦੇਤੀ ਐਂਡ ਯੂ ਵਿਲ ਹਿੰਟ, ਇਟਸ ਅ ਹਿੰਟ, ਠੀਕ ਹੈ। ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਕਮਿਸ਼ਨ ਸੀ। ਸੈਂਟਰਲ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਦਾ ਬੈਲੈਂਸ। You getting my point? Center and state the balance. So what we will next they are talking about, suggest changes within the framework of the constitution. It recommended that center should consult the state. Again किस topic ਤੇ ਗੱਲ ਹੋ ਰਹੀ ਹੈ ਕਿ center ਨੂੰ state ਨੂੰ consult ਕਰਨਾ ਚਾਹੀਦਾ ਹੈ। Why? Making it a law on the subject of concurrent list and state consent should be made obligatory for the formation of new state. It suggested of all India states should be strengthened more। Mainly किस मुद्दे ते गल कीती जा रही है, तुसी framework function समझन दी कोशिश करो कि center and state ਦਾ relation balance of power इस topic ਤੇ ਆਪਾਂ ਗੱਲ ਕਰ ਰਹੇ ਹਾਂ। ਤੇ ਇੰਦਰਾ ਗਾਂਧੀ ਦੇ ਟਾਈਮ ਤੇ ਇਹ ਜੀ ਕਿਹੜੀ ਕਮਿਸ਼ਨ ਸੀਗੀ ਜਿਹਨੇ ਰਿਵਿਊ ਕੀਤਾ ਸੀ, ਜਿਹਨੇ ਰਿਕਮੈਂਡ ਕੀਤੇ ਸੀ ਇੰਟਰ ਸਟੇਟ ਕਾਉਂਸਲ ਐਜ਼ ਵੈਲ ਐਜ਼ ਜਿਹਨੇ ਫੰਕਸ਼ਨਿੰਗ ਨੂੰ ਰਿਵਿਊ ਕੀਤਾ ਸੀਗਾ। ਐਂਡ ਲੈਟਸ ਸੀ ਦ ਆਪਸ਼ਨਸ। ਵਿਚ ਆਫ ਦ ਫੋਲੋਇੰਗ ਕਮਿਸ਼ਨ? Libraham, Sarkaria, Punchi, and Shah Commission. Everybody who know the answer, please comment down below. So, let me tell you, it was Sarkaria Commission 1983, जो इंदिरा गांधी ने अपॉइंट की थी for the recommendations of interstate council, as well as we can talk about कि बैलेंस चेक करना दोनों गवर्नमेंट का, ठीक है। काफ़ी इंपॉर्टेंट सीगा इंटीग्रिटी ਨੂੰ ਬਚਾਉਣ ਲਈ ਇਹ ਕਮਿਸ਼ਨ ਦਾ ਕਾफ़ी ਇੰਪੋਰਟੈਂਟ ਰੋਲ ਸੀਗਾ, ਕਿਉਂਕਿ ਇਹ ਤੋਂ ਪਹਿਲਾਂ ਖਾਲਿਸਤਾਨੀ ਮੂਵਮੈਂਟਸ ਚੱਲ ਰਹੀਆਂ ਸੀ, ਕਾफ़ੀ ਮੂਵਮੈਂਟਸ ਚੱਲ ਰਹੀਆਂ ਸੀਗੀਆਂ ਇਹ ਜਿਹੀਆਂ ਜਿਹਨੇ ਪੂਰੀ ਇੰਟੀਗ੍ਰਿਟੀ ਨੂੰ ਸਪੋਇਲ ਕਰ ਰੱਖਿਆ ਸੀ। ਤਾਂ देयर वाज नो ऑप्शन लेफ्ट टू द प्राइम मिनिस्टर, ठीक है। नेक्स्ट वी विल सी नेक्स्ट क्वेश्चन। आंसर इज बी, वी ऑल नो। Which of the following subject are the part of union list? अच्छा, यूनियन लिस्ट की सी 7 शेड्यूल ਦੇ ਵਿੱਚ ਆਪਾਂ ਕਿਸ ਟੌਪਿਕ ਬਾਰੇ ਗੱਲ ਕਰਦੇ ਹਾਂ? ਯੂਨੀਅਨ ਲਿਸਟ, ਸਟੇਟ ਲਿਸਟ, ਕੌਨਕਰੈਂਟ ਲਿਸਟ। ਹੁਣ ਜਿਹੜੀਆਂ ਤਿੰਨ ਲਿਸਟਾਂ ਨੇ, ਠੀਕ ਹੈ, ਕਿਸ ਕਿਸ ਚੀਜ਼ਾਂ ਨਾਲ ਬੇਸ ਨੇ? ਹੁਣ ਫॉर ਐਗਜ਼ਾਮਪਲ ਇਹਨਾਂ ਨੇ ਯੂਨੀਅਨ ਲਿਸਟ ਦੀ ਆਪਾਂ ਨੂੰ ਗੱਲ ਕੀਤੀ ਹੈ। ਯੂਨੀਅਨ ਲਿਸਟ ਜਿਹੜੀ ਕਿ ਨੈਸ਼ਨਲ ਇੰਪੋਰਟੈਂਸ ਬਾਰੇ ਗੱਲ ਕਰਦੀ ਹੈ। ਨੈਸ਼ਨਲ ਇੰਪੋਰਟੈਂਸ ਦੇ ਵਿੱਚ ਕੀ ਚੀਜ਼ਾਂ ਆਉਣਗੀਆਂ? ਦੈਟ ਯੂ ਵਿਲ ਟੈਲ ਮੀ ਬਾਈ ਸੀਇੰਗ ਦ ਆਪਸ਼ਨਸ, ਰਾਈਟ? ਵੀ ਵਿਲ ਸੀ ਕੀ ਆਪਸ਼ਨਸ ਦਿੱਤੇ ਨੇ ਇਹਨਾਂ ਨੇ। ਐਗਰੀਕਲਚਰ ਇੱਕ ਚੀਜ਼ ਸਮਝਾਣੀ, ਅਗਰ ਕੋਈ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ, ਕੋਈ ਡਿਵੈਲਪਮੈਂਟ ਜਿੱਥੇ ਜ਼ਰੂਰਤ ਹੈ, ਉਹ ਸਬਜੈਕਟਸ ਜਿਹੜੇ ਹੁੰਦੇ ਨੇ ਹਮੇਸ਼ਾ ਆਪਾਂ ਉਹਨੂੰ ਸਟੇਟ ਲਿਸਟ ਦੇ ਵਿੱਚ ਕਵਰ ਕਰਦੇ ਹਾਂ, ਨੈਵਰ ਇਨ ਅ ਯੂਨੀਅਨ ਲਿਸਟ, ਬਿਕੋਜ਼ ਉਹ ਨੈਸ਼ਨਲ ਇੰਪੋਰਟੈਂਸ ਦੀ ਗੱਲ ਹੁੰਦੇ ਨੇ। ਨੈਸ਼ਨਲ ਇੰਪੋਰਟੈਂਸ ਦੇ ਵਿੱਚ ਯੂਨੀਅਨ ਲਿਸਟ ਦੇ ਵਿੱਚ ਆਪਾਂ ਕੀ ਚੀਜ਼ਾਂ ਵੈਸੇ ਇੰਕਲੂਡ ਕਰ ਸਕਦੇ ਹਾਂ, ਲਾਈਕ ਮਿਨਰਲ ਰਿਸੋਰਸਿਸ, ਐਟੋਮਿਕ ਐਨਰਜੀ, ਇਹ ਕਾਫੀ ਨੇ ਨੇਸ਼ਨ ਵਾਈਜ਼ ਇੰਪੋਰਟੈਂਸ ਦੇ। ਐਗਰੀਕਲਚਰ ਹੁਣ ਆਪਾਂ ਕੋਈ ਸਟੇਟ ਵਾਈਜ਼ ਵੀ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਆਪਾਂ ਨੂੰ ਡਿਵੈਲਪਮੈਂਟ ਦੀ ਲੋੜ ਹੈ। ਆਟੋਮੈਟਿਕਲੀ what we will stuck in our mind, state list, ठीक है। तो एग्रीकल्चर comes under state list, ठीक है। एजुकेशन, ਹੁਣ ਤਾਂ ਐਜੂਕੇਸ਼ਨ ਕੰਕਰੈਂਟ ਬਣ ਗਿਆ। ਦੋ ਬੋਰਡਸ ਹੁਣ ਤੁਸੀਂ ਗੱਲ ਕਰ ਸਕਦੇ ਹੋ ਕਿ ਇੱਕ ਤਾਂ ਆਪਣਾ CBSE, ਇੱਕ ਜਿਹੜੇ ਸਟੇਟ ਬੋਰਡਸ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਹੁਣ ਦੋ ਬੋਰਡਸ ਨੇ ਤਾਂ ਆਟੋਮੈਟਿਕਲੀ ਕੰਕਰੈਂਟ ਹੈ ਕਿ ਇੱਕ ਸਟੇਟ ਦਾ ਵੀ ਅਲੱਗ ਹੈ ਤੇ ਦੂਸਰਾ ਵੀ ਹੈ, ਠੀਕ ਹੈ। ਤਾਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਦੋਨੋਂ ਤਾਂ ਯੂਨੀਅਨ ਨਹੀਂ ਹੈ, ਹੁਣ ਤੱਕ ਯੂਨੀਅਨ ਵਾਲਾ ਆਪਾਂ ਨਹੀਂ ਦੇਖਿਆ। ਨੈਕਸਟ ਵਿਲ ਟਾਕ ਅਬਾਊਟ ਕਰੰਸੀ। ਕਦੇ ਪੰਜਾਬ ਦੀ ਇੱਕ ਅਲੱਗ ਕਰੰਸੀ ਸੁਣੀ ਹੈ? ਜਾਂ ਇਫ ਆਈ ਐਮ ਰੋਂਗ, ਕੋਈ ਹਰਿਆਣਾ ਦੀ ਕਰੰਸੀ ਹੋਵੇ? ਨਹੀਂ ਨਾ, ਕੋਈ ਸਟੇਟ ਵਾਈਜ਼ ਕੋਈ ਕਰੰਸੀ ਨਹੀਂ ਹੁੰਦੀ, ਕਰੰਸੀ ਪੂਰੇ ਨੇਸ਼ਨ ਦੀ ਹੁੰਦੀ ਹੈ। ਤਾਂ ਮੈਂ ਕੀ ਗੱਲ ਕੀਤੀ ਸੀ ਕਿ ਯੂਨੀਅਨ ਲਿਸਟ always focuses on national importance, so currency will be included in union list, ठीक है। अपन ਨੂੰ ਇੱਕ ਪਾर्ट ਮਿਲ ਗਿਆ ਕਿ यूनियन लिस्ट ਦਾ ਕਰੰਸੀ ਦਾ ਪਾर्ट ਹੈ ਹੀ ਹੈ,
ਨੈਕਸਟਲੀ ਪਬਲਿਕ ਹੈਲਥ ਵੀ ਆਪਾਂ ਸਟੇਟ ਦੇ ਅੰਡਰ ਕਵਰ ਕਰਦੇ ਹਾਂ, ਡਿਵੈਲਪਮੈਂਟ ਥਿੰਗ ਅਗੇਨ ਵਿਲ ਸੀ, ਠੀਕ ਹੈ। ਨੈਕਸਟਲੀ ਬੈਂਕਿੰਗ ਜਿਵੇਂ ਆਪਣਾ ਆਰਬੀਆਈ ਹੈ, ਸੈਂਟਰਲ ਬੈਂਕ ਹੈ, ਉਹ ਪੂਰਾ ਰਿਜ਼ਰਵ ਬੈਂਕ ਆਫ ਇੰਡੀਆ ਆਪਾਂ ਜਿਹਨੂੰ ਕਹਿੰਦੇ ਆ, ਠੀਕ ਹੈ। ਐਪੈਕਸ ਬੈਂਕ ਆਫ ਇੰਡੀਆ, ਇਹ ਪੂਰੇ ਨੇਸ਼ਨ ਦਾ, ਠੀਕ ਹੈ। ਇਹ ਕਾਫੀ ਫੈਸਿਲਿਟੀਜ਼ ਪ੍ਰੋਵਾਈਡ ਕਰਦੇ, ਸਿਰਫ ਪੂਰੇ ਨੇਸ਼ਨ ਨੂੰ ਪ੍ਰੋਵਾਈਡ ਕਰਦਾ, ਰਾਈਟ। ਤਾਂ ਮਤਲਬ ਆਪਾਂ ਇਹਦੇ ਵਿੱਚ ਕੀ ਦੇਖਿਆ, ਐਜੂਕੇਸ਼ਨ ਵੀ ਕਾਊਂਟਡ ਇਨ ਕੰਕਰੈਂਟ ਲਿਸਟ, public health as well as agriculture we counted in state list. Two things we counted under union list of national importance, that was currency as well as banking. All right, so according to the options you will mark, ठीक है। काफी अच्छा क्वेश्चन सीगा ये भी। करेक्ट आंसर 3 and 5 only, 2 and 3 only, 1 4 and 5 only, and 1 2 3 4 and ਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ 3 and 5 only because currency as well as banking. Nextly, answer is A, we all know. Next question arises, money bill. Money bill, टैक्सेशन मैम फाइनैंशियल चीज़ों की जो गल करते हैं काफ़ी लिमिटेशंस लगिया हुई ने बिल के रिगार्डिंग, राइट। हुण इहदे बारे कुछ स्टेटमेंट्स देखते हैं। हर एक क्वेश्चन थोनों पूरा कंसैप्ट क्लीयर कर रहा है, ये 10 क्वेश्चन थोड़े लिए काफ़ी इंपॉर्टेंट रहेंगे। ईवन दिस फुल सीरीज़, सारी सीरीज़ दे विच रेगुलरली आप 10 क्वेश्चन डिस्कस करा करांगे, जिहदे विच थोड़ा पूरा कंसैप्ट क्लीयर हो जाया करूगा। एंड इट विल रियली, मार्क माई वर्ड्स, इट विल हेल्प यू, it will really help you to examine that where you are standing, ठीक है, थोड़ी कितनी improvement है। So let's focus on the question. Question is money bill, right? We'll talk about money bill. A money bill can be introduced in the state, in the legislature only after the prior recommendation of the governor. अच्छा ध्यान से देखो, ध्यान नाल देखो, स्टेट लेजिसलेचर की गल की गई, जो स्टेट लेजिसलेचर की हमेशा गल करके गल होवे, सो इट कैन बी ऑलवेज इंट्रोड्यूस आफ्टर द प्रियोर रिकमेंडेशन गवर्नर दा, स्टेट की गल की गई है, ठीक है। सो दिस स्टेटमेंट इज ट्रू व्हेन अ मनी बिल इज रिजर्व फॉर कंसीडरेशन ऑफ द प्रेजेंट। अच्छा, जो मनी बिल प्रेजिडेंट को जाता है, दो चीज़ा होंदियां ने, सबनों पता है कि या तो विद होल्ड कर सकता है या उन्होंने एक्सेप्ट करना पऊगा, ठीक है। वाई दिस थिंग, बिकॉज वो बिल ही रिकमेंडेशंस किहदे आया होंगे, प्रेजिडेंट दे। तो वी विल से बोथ द स्टेटमेंट्स आर करेक्ट, ठीक है। प्रेजिडेंट को कोई बिल चाहूगा, मनी बिल जाऊगा, तो या तो विद होल्ड कर सकता है एज द स्टेटमेंट से, राइट। ही कैन फॉर द रिकनसिडरेशन ही मे आइदर गिव इज एसेंट। एसेंट का की मतलब होंगे कि अप्रूवल दे सकता है या फिर विद होल्ड कर सकता है, रिजेक्ट कर सकता है। रिजेक्ट क्यों करूगा, फॉर एग्जाम्पल मैं तुम्हें इस टॉपिक पर भी ले आवा, ठीक है। थोड़ी पूरी केस स्टडी हो चुकी है मनी बिल के टॉपिक पे। अपनी सरकार चेंज हो गई है, ठीक है, मतलब गवर्नमेंट नहीं आई, तो अपनी नई गवर्नमेंट आई, तो काउंसिल ऑफ मिनिस्टर्स नहीं आ गए, तो उन्होंने की कहा कि सानू ये बिल मंजूर नहीं है, ठीक है, असी नहीं इसनू सही समझते। तो उन्होंने रिकमेंडेशन, बिकॉज प्रेजिडेंट की उस पर गल काम करता है, ठीक है, वी ऑल नो ना। The council of ministers नहीं आ गए, they rejected the bill, ठीक है, they didn't give the assent or the approval, so automatically the president can withhold it, right? So this was the thing. Nextly, ये दो options ने, we all know both are correct, so both 1 and 2, and the answer will be C. C, answer is C. Nextly, Article 20 of the Indian Constitution. Okay, अच्छा 20th article ਦੀ ਗੱਲ ਕਰੀਏ, फंडामेंटल राइट्स की गल आ जाती है। आर्टिकल 20 आपको की दसदा है रिगार्डिंग फंडामेंटल राइट्स की क्रिमिनल्स के की आपको कुछ मौलिक अधिकार आप उन्होंने दिते हुए हैं, ठीक है। बट नाउ दे स्पेसिफिकली मेंशन रिगार्डिंग डबल jeopardy, ठीक है। अ पर्सन cannot be prosecuted or punished twice the same offense. It is available in the proceedings before judicial and administrative authorities. डबल जेपार्डी की अगर आप गल करिए, की चीज़ होंगी है, मतलब की होंगे कि एक क्रिमिनल, फॉर एग्जाम्पल एक क्रिमिनल ने क्राइम किया, यू गेटिंग माई पॉइंट एवरीवन, मतलब कमेंट मी डाउन बिलो इफ यू गेटिंग माई पॉइंट, कि फॉर एग्जाम्पल एक क्रिमिनल ने क्राइम अटैम्प्ट किया एंड जो उन्होंने सज़ा मिलूगी, ठीक है, उन्होंने एक बार गुनाह किया तो वो सज़ा भी एक होनी चाहिए, एवें तो है नहीं कि वो एक सज़ा तो आप दो बार, मतलब उन्होंने आप गिल्टी साबित करके तो उन्होंने दो बार पनिश कर दिए। फर्स्ट स्टेटमेंट ये चीज़ दसती है, दैट्स वाई फर्स्ट स्टेटमेंट विल बी ऑटोमेटिकली ट्रू। सेकेंड स्टेटमेंट, मार्क माई वर्ड, सेकेंड स्टेटमेंट इज वेरी नाइस, हम कह सकते हैं कि बड़ी कन्फ्यूजिंग स्टेटमेंट भी है कि जुडिशियल एंड एडमिनिस्ट्रेटिव अथॉरिटीज़ तो तुसी की समझते हो। फॉर एग्जाम्पल कोई
ਆਪਾਂ ਕਹਿ ਸਕਦੇ ਹਾਂ ਡੀਸੀ ਸੀਗਾ, ਠੀਕ ਹੈ। ਆਈ ਐਮ ਜਸਟ ਗਿਵਿੰਗ ਐਨ ਐਗਜ਼ਾਮਪਲ ਫॉर ਮੇਕਿੰਗ ਯੂ ਕਲੀਅਰ ਦ ਕਨਸੈਪਟ ਵਾਟ ਆਈ ਐਮ ਐਕਚੁਅਲੀ ਟਰਾਈਂਗ ਟੂ ਸੇ। ਕੋਈ ਡੀਸੀ ਸੀਗਾ ਤੇ ਕੋਈ ਮਤਲਬ ਅਥਾਰਟੀ ਨਹੀਂ, ਜਿੱਥੇ ਉਹ ਕੰਮ ਕਰਦਾ ਸੀ ਉਹ ਐਡਮਿਨਿਸਟ੍ਰੇਟਿਵ ਅਥਾਰਟੀ ਨਹੀਂ, ਉਹ ਤੇ ਐਲੀਗੇਸ਼ਨ ਲਗਾਤੀ ਰਿਗਾਰਡਿੰਗ ਸੈਕਸ਼ੂਅਲ ਹਰਾਸਮੈਂਟ, ਉਸ ਤੇ ਐਲੀਗੇਸ਼ਨ ਲਗਾਤੀ। ਤੇ ਉਹ ਤੋਂ ਬਾਅਦ ਜਦੋਂ ਮਤਲਬ FIR ਵਗੈਰਾ ਹੋਈ ਹੈ ਨਾ, ਜੁਡੀਸ਼ੀਅਲ ਚੀਜ਼ਾਂ ਹੋਈਆਂ, ਇਹ ਸਾਰੀਆਂ ਚੀਜ਼ਾਂ ਹੋਈਆਂ, ਠੀਕ ਹੈ। ਹੁਣ ਕੀ ਕ੍ਰਿਮੀਨਲ ਨੂੰ ਆਪਾਂ ਕੀ ਗੱਲ ਕਰ ਰਹੇ ਹਾਂ, ਆਰਟੀਕਲ 20 ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਆਰਟੀਕਲ 20 ਹੈ ਇਹ ਜੁਡੀਸ਼ੀਅਲ ਪਨਿਸ਼ਮੈਂਟ ਦੇ ਅੰਡਰ ਆਉਂਦਾ ਹੈ ਤੇ ਜਾਂ ਫਿਰ ਆਪਣਾ ਆਪਾਂ ਕਵਾਂਗੇ ਕਿ ਆਪਣੇ ਐਡਮਿਨਿਸਟ੍ਰੇਟਿਵ ਅਥਾਰਟੀ। ਹੁਣ ਐਡਮਿਨਿਸਟ੍ਰੇਟਿਵ ਅਥਾਰਟੀ ਤਾਂ ਪਨਿਸ਼ਮੈਂਟ ਕਿੰਨੀ ਮਰਜ਼ੀ ਵਾਰ ਕਵੇ, ਐਲੀਗੇਸ਼ਨਸ ਕੀ ਮਤਲਬ ਆਪਾਂ ਗੱਲ ਕਰ ਸਕਦੇ ਹਾਂ ਐਡਮਿਨਿਸਟ੍ਰੇਟਿਵ, ਉਹਨੂੰ ਅਥਾਰਟੀ ਹੈ, ਠੀਕ ਹੈ, ਜਿਹਦੇ ਅੰਡਰ ਆਪਾਂ ਕੰਮ ਕਰਦੇ ਹਾਂ। ਫॉर एग्जांपल ਕੋਈ ਕ੍ਰਾਈਮ ਅਟੈਂਪਟ ਹੋ ਗਿਆ, ਉਹ ਤਾਂ ਕਿੰਨੀ ਮਰਜ਼ੀ ਵਾਰ ਸਜ਼ਾ ਦੇਗੀ, ਬਟ ਜੁਡੀਸ਼ਰੀ is the main role. This statement will be incorrect. Why? Because when we study article 20, what we have to note कि ਜਿਹੜੀ ਆਪਣੀ ਪਾਵਰ ਹੈ, ਜਿਹੜੀ ਜੁਡੀਸ਼ੀਅਲ ਪਨਿਸ਼ਮੈਂਟ ਹੈ, ਉਹ ਸਿਰਫ ਇੱਕ ਵਾਰ ਦੇ ਸਕਦੀ ਹੈ, ਐਂਡ ਵੈਰੀ ਕਰੈਕਟ ਅਕੋਰਡਿੰਗ ਟੂ ਦ ਆਰਟੀਕਲ 20, ਬਟ ਐਡਮਿਨਿਸਟ੍ਰੇਟਿਵ ਅਥਾਰਟੀ ਕੈਨ ਗਿਵ ਸੈਵਰਲ ਟਾਈਮਸ, ਠੀਕ ਹੈ। ਇਹ ਉਹਨਾਂ ਦੀ ਪਾਵਰ ਹੈ, ਉਹਨਾਂ ਦੀ ਪਨਿਸ਼ਮੈਂਟ ਲੈਵਲਸ ਹੈ, ਠੀਕ ਹੈ। ਤਾਂ ਬੋਥ ਕਦੇ ਵੀ ਨਹੀਂ ਆ ਸਕਦੇ, ਹਮੇਸ਼ਾ ਜੁਡੀਸ਼ੀਅਲ ਪਨਿਸ਼ਮੈਂਟ ਆਊਗੀ। ਸੋ ਆਨਸਰ ਏ, ਮਤਲਬ ਆਪਸ਼ਨ ਏ ਇਜ਼ ਓਨਲੀ ਕਰੈਕਟ, ਠੀਕ ਹੈ। One only, two only, both one and two, neither one or two. So answer will be, we all know A. ठीक है। Nextly, we'll talk about in the context of Constitution of India, the expression dignity of the individual is explicitly mentioned in the individual ਦੀ dignity ਦੇ ਬਾਰੇ ਗੱਲ ਆ ਗਈ ਹੁਣ ਤਾਂ ਮਤਲਬ ਖੁਦ ਨੂੰ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਚੀਜ਼ ਕਿੱਥੇ ਮੈਂਸ਼ਨਡ ਹੈ। ਟੈਲ ਮੀ ਕਿੱਥੇ ਮੈਂਸ਼ਨਡ ਹੈ। ਦੇਖੋ ਇੰਡੀਵਿਜੂਅਲ ਦੀ ਡਿਗਨਿਟੀ ਦੇ ਰਿਗਾਰਡਿੰਗ ਅਗਰ ਆਪਾਂ ਜਿੰਨੀ ਗੱਲ ਕਰੀਏ, ਠੀਕ ਹੈ, ਕ੍ਰਾਂਤੀ ਹੋ ਜਾਂਦੀ ਹੈ। ਮਤਲਬ ਕਿ ਡਿਗਨਿਟੀ ਹਮੇਸ਼ਾ ਆਪਾਂ ਨੂੰ ਕੀ ਦੱਸਦੀ ਹੈ, ਇੰਡੀਵਿਜੂਅਲ ਦੀ ਕਿੱਥੇ ਚੀਜ਼ ਹੈ, ਇਹ ਹਮੇਸ਼ਾ ਪ੍ਰੀਐਮਬਲ ਦੇ ਵਿੱਚ ਹੈ, ਕਿਉਂਕਿ ਪ੍ਰੀਐਮਬਲ ਆਪਾਂ ਨੂੰ ਇੱਕ ਇਨਸਾਨ ਦੀ ਫਰਟਰਨਿਟੀ ਦੇ ਬਾਰੇ ਦੱਸਦਾ ਹੈ। ਇੱਕ ਪ੍ਰੀਐਮਬਲ ਆਪਾਂ ਨੂੰ ਜਸਟਿਸ ਦੇ ਬਾਰੇ ਦੱਸਦਾ ਕਿ ਕਿੰਨੇ ਤਰੀਕੇ ਦਾ ਇੱਕ ਇਨਸਾਨ ਨੂੰ ਜਸਟਿਸ ਮਿਲ ਸਕਦਾ, ਸੋਸ਼ਲ ਇਕਨੋਮਿਕ, ਰਾਈਟ। ਤੁਸੀਂ ਕਹੋਗੇ ਮੈਮ DPSP ਕਿਉਂ ਨਹੀਂ, ਬਿਕੋਜ਼ ਆਬਵੀਅਸਲੀ ਉਹ ਵੈਲਫੇਅਰ ਦਾ ਕੰਮ ਕਰਦਾ, ਬਟ ਅਗਰ ਆਪਾਂ ਡਿਗਨਿਟੀ ਆਪਦੀ ਖੁਦ ਦੀ ਇੰਡੀਵਿਜੂਅਲ ਪਰਸਨੈਲਿਟੀ ਦੀ ਅਗਰ ਆਪਾਂ ਗੱਲ ਕਰੀਏ, ਆਲਵੇਜ਼ ਦਾ ਆਨਸਰ ਵਿਲ ਬੀ ਪ੍ਰੀਐਮਬਲ, ਰਾਈਟ। ਫਰਟਰਨਿਟੀ, ਇਕੁਆਲਿਟੀ, ਲਿਬਰਟੀ, ਜਸਟਿਸ, ਵਟ ਐਵਰ ਵਿਲ ਟਾਕ ਅਬਾਊਟ, ਠੀਕ ਹੈ, it is always mentioned first in the preamble. Everyone understand? So the answer is A. Answer is A, we all know. Next question, Article 2 of the Constitution empowers the Parliament to admit new states into Union of India, establish new states, alter boundaries. अच्छा, ठीक है। ਹੁਣ ਤੱਕ ਆਪਾਂ ਮਨੀ ਬਿੱਲ ਦੇ ਰਿਗਾਰਡਿੰਗ ਗੱਲ ਕਰ ਲਈ, right? We have talked about the dignity of the individual, we have talked about the article 20 crime। ਹੁਣ ਆਪਾਂ article 2 ਤੇ ਵੀ ਆ ਗਏ, ਜਦੋਂ ਆਪਾਂ ਸਟੇਟਸ ਦੀ ਐਸਟੈਬਲਿਸ਼ਮੈਂਟ ਨੂੰ ਹੀ ਆਪਾਂ ਸਮਝਾਵਾਂਗੇ। ਕੋਈ ਵੀ ਸਟੇਟ ਦੀ ਜਦੋਂ ਐਸਟੈਬਲਿਸ਼ਮੈਂਟ ਹੁੰਦੀ ਹੈ, ਹੁਣ ਆਰਟੀਕਲ 2 ਦੇ ਵਿੱਚ ਬੇਸਿਕਲੀ ਕੀ ਚੀਜ਼ ਮੈਂਸ਼ਨ ਹੈ ਕਿ ਨਿਊ ਸਟੇਟਸ ਐਸਟੈਬਲਿਸ਼ ਹੋ ਸਕਦੀਆਂ, ਬਟ ਆਰਟੀਕਲ 2 ਇੱਕ ਸਪੈਸੀਫਾਈ ਕਰਦਾ ਹੈ, ਬਟ ਵਿਦ ਦ ਆਊਟਰ ਬਾਉਂਡਰੀਜ਼। ਤੁਸੀਂ ਸਿੱਕਿਮ ਦਾ ਕੇਸ ਸੁਣਿਆ ਹੋਣਾ ਕਿ ਸਿੱਕਿਮ ਦੇ ਜਿਹੜੇ ਲੋਕ ਸੀ ਉਹ ਚਾਹੁੰਦੇ ਸੀ ਕਿ ਇੰਡੀਆ ਦੇ ਵਿੱਚ ਆਉਣ, ਇੰਡੀਆ ਦੇ ਵਿੱਚ ਉਹ ਆਉਣਾ ਚਾਹੁੰਦੇ ਸੀ, ਤਾਂ ਹੀ ਆਪਣੇ ਇੰਡੀਅਨ ਉਹਨਾਂ ਨੇ ਵੋਟ ਮਤਲਬ ਉਹ ਚੀਜ਼ਾਂ ਦਾ ਲਗਾਇਆ, ਠੀਕ ਹੈ, ਮਤਲਬ ਸਾਨੇ ਆਉਣਾ ਹੈ, ਠੀਕ ਹੈ, ਰੈਫਰੈਂਡਮ ਪਾਸ ਕੀਤਾ, ਤਾਂ ਹੀ ਆਪਣੀ ਇੰਡੀਅਨ ਗਵਰਨਮੈਂਟ ਨੇ ਅਪਰੂਵ ਕੀਤਾ ਉਹ ਚੀਜ਼, ਤੋਂ ਬਾਅਦ ਤਾਂ ਸਿੱਕਿਮ ਨੂੰ ਆਪਾਂ ਕਾਊਂਟ ਕਰ ਲਿਆ। ਸੋ ਵਾਟ ਵਾਜ਼ ਆਲ ਅਬਾਊਟ, ਇਟ ਵਾਜ਼ ਆਲ ਅਬਾਊਟ ਆਰਟੀਕਲ 2। ਕੀ ਚੀਜ਼ that I am trying to explain you कि establishment is possible of new states but only from the outer boundaries, we can't alter। You got my point, you know? ਤੁਹਾਨੂੰ ਸਮਝ ਆ ਗਿਆ from the, because I said the word alter, from the option ਤੁਸੀਂ ਸਮਝ ਗਏ ਕਿ ਕਿਹੜਾ ਸਟੇਟਮੈਂਟ ਗਲਤ ਹੈ, ਕਿਉਂ, ਕਿਉਂਕਿ ਪੰਜਾਬ ਹਰਿਆਣਾ ਅਲੱਗ ਹੋਏ ਆਟੋਮੈਟਿਕਲੀ ਐਗਜ਼ਿਸਟਿੰਗ ਏਰੀਆ ਸੀ, ਬਟ ਆਪਾਂ ਕਹਿ ਰਹੇ ਹਾਂ ਕਿ ਐਸਟੈਬਲਿਸ਼ਮੈਂਟ ਹੋਊਗੀ ਬਟ ਫਰੋਮ ਆਊਟਰ ਸਾਈਡ, ਨॉट ਐਗਜ਼ਿਸਟਿੰਗ ਵਨ, ਠੀਕ ਹੈ। ਤਾਂ ਵਿਚ ਸਟੇਟਮੈਂਟ ਇਜ਼ ਕਰੈਕਟ, ਵੀ ਆਲ ਨੋ 1 and 2, ठीक है, admit new states obviously and establishing new states, right? 1 and 2, 2 and 3, 1 and 3, so I will say 1 and 2 statement is basically correct. Answer is A, we all know. Next question, which of the following committee commission is commenced on state reorganization? अच्छा, state reorganization ਦੀ ਗੱਲ ਹੋਗੀ based on languages। what do you think, language ਦੀ ਸਭ ਤੋਂ ਪਹਿਲਾਂ ਡਿਮਾਂਡ ਕਦੋਂ ਕੀਤੀ ਹੋਣੀ ਹੈ ਕਿ ਮਤਲਬ ਆਪਣੀ ਜਿਹੜੀ ਸਟੇਟ ਹੈ ਉਹਦਾ ਬੇਸ ਲੈਂਗੁਏਜ ਹੋਣਾ ਚਾਹੀਦਾ ਹੈ?
not getting. ਸੋ ਆਈਲ ਟੈਲ 1917 ਦਾ ਟਾਈਮ ਸੀ ਜਦੋਂ ਬਾਲ ਗੰਗਾਧਰ ਤਿਲਕ ਨੇ ਸਭ ਤੋਂ ਪਹਿਲਾਂ ਡਿਮਾਂਡ ਰੱਖੀ, ਜੋ ਕਿ ਰਿਜੈਕਟ ਹੋ ਗਈ ਸੀ। ਉਸ ਤੋਂ ਬਾਅਦ 47 ਤੋਂ ਬਾਅਦ ਡਿਮਾਂਡ ਹੋਈ ਇਹ ਚੀਜ਼ਾਂ ਦੀ, ਤੇ ਜਦੋਂ ਇਹ ਪ੍ਰਪੋਜ਼ਲ ਆਇਆ ਤਾਂ ਧਰ ਕਮਿਸ਼ਨ, ਮੈਂ ਤੁਹਾਨੂੰ ਆਪਸ਼ਨਸ ਤੋਂ ਹੀ ਸਮਝਾਣੀ ਆ, ਧਰ ਕਮਿਸ਼ਨ ਤੇ ਜੇਵੀਪੀ ਕਮਿਸ਼ਨ ਤੋਂ ਤੁਸੀਂ ਕੀ ਸਮਝਦੇ ਹੋ? ਜਵਾਹਰ ਲਾਲ ਨਹਿਰੂ ਐਂਡ ਵੱਲਭ ਭਾਈ ਪਟੇਲ, ਦੇਖੋ ਦੋ ਕਿੰਨੇ ਫੇਮਸ ਲੀਡਰਸ ਦੇ ਨਾਮ। ਇਹ ਦੋਨਾਂ ਕਮਿਸ਼ਨਸ ਨੇ ਕੀ ਕਿਹਾ ਕਿ ਡਿਵੈਲਪਮੈਂਟ ਪਰਪਸ ਤੇ ਕੰਮ ਕਰੋ ਨਾ ਯਾਰ, ਤੁਸੀਂ ਕੀ ਲੈਂਗੁਏਜ ਦੀ ਗੱਲ ਕਰ ਰਹੇ ਹੋ? ਦੇ ਰਿਜੈਕਟਡ ਦਾ ਆਈਡੀਆ। ਸੋ ਆਟੋਮੈਟਿਕਲੀ ਫਜ਼ਲ ਅਲੀ ਕਮਿਸ਼ਨ ਬਣ ਗਈ ਸੀ। ਬਟ ਉਹਦੀ ਵੀ ਇੱਕ ਹਿਸਟਰੀ ਹੈ, ਕੀ ਚੀਜ਼ ਸੀਗੀ ਕਿ ਲੈਂਗੁਏਜ ਦੀ ਜਦੋਂ ਗੱਲ ਹੋਈ, ਜਿਵੇਂ ਹੁਣ ਤਾਂ ਆਪਾਂ ਆਂਧਰਾ ਪ੍ਰਦੇਸ਼ ਦਾ ਕੇਸ ਵੀ ਆਪਾਂ ਨੂੰ ਪਤਾ ਹੈ, ਠੀਕ ਹੈ। ਬਟ ਫਰਮ ਦ ਹਿਸਟੋਰੀਕਲ ਬੈਕਗਰਾਉਂਡ ਅਗਰ ਆਪਾਂ ਨਾਰਮਲੀ ਚੀਜ਼ਾਂ ਦੀ ਗੱਲ ਕਰੀਏ, ਕਿ ਤੁਸੀਂ ਦੇਖੋ ਕਿ ਮਰਾਠੀ, ਠੀਕ ਹੈ, ਮਰਾਠੀ ਆਈ, ਠੀਕ ਹੈ, ਇਹ ਲੈਂਗੁਏਜ ਮਤਲਬ ਮਹਾਰਾਸ਼ਟਰਾ, ਠੀਕ ਹੈ, ਜਿਵੇਂ ਪੰਜਾਬੀ ਹੁੰਦੀ ਹੈ, ਠੀਕ ਹੈ। ਆਪਾਂ ਨੂੰ ਸਭ ਨੂੰ ਸਟਾਰਟਿੰਗ ਤੋਂ ਪਤਾ ਕਿ ਲੈਂਗੁਏਜਸ ਦਾ ਬੇਸ ਨਹੀਂ ਸਟੇਟਸ ਦਾ, ਠੀਕ ਹੈ। ਇਹੀ ਚੀਜ਼ ਦੀ ਡਿਮਾਂਡ ਰੱਖੀ ਗਈ ਸੀਗੀ, ਤੇ ਇਹ ਡਿਮਾਂਡ ਧਰ ਕਮਿਸ਼ਨ ਐਂਡ ਜੇਵੀਪੀ ਕਮਿਸ਼ਨ ਨੇ ਕਰਤੀ ਰਿਜੈਕਟ। ਫਜ਼ਲ ਅਲੀ ਕਮਿਸ਼ਨ ਦਾ ਕੀ ਇੰਟੈਂਸ਼ਨ ਸੀਗੀ ਕਿ ਅਸੀਂ ਇੱਕ ਆਈਡੀਆ ਨੂੰ ਰਿਜੈਕਟ ਕਰਦੇ ਹਾਂ। ਕਿਹੜਾ ਆਈਡੀਆ ਸੀ? ਕਿ ਵਨ ਲੈਂਗੁਏਜ ਵਨ ਸਟੇਟ, ਦੈਟ ਵੀ ਆਰ ਨਾਟ ਅਪਰੂਵਿੰਗ ਦਾ ਆਈਡੀਆ ਕਿ ਇੱਕ ਲੈਂਗੁਏਜ ਉਹ ਸਟੇਟ ਹੋਣੀ ਚਾਹੀਦੀ ਹੈ, ਵਨ ਲੈਂਗੁਏਜ ਵਨ ਸਟੇਟ। ਦੇ ਮਤਲਬ ਦੇ ਸੈਟ, ਦੇ ਰਿਕਮੈਂਡਡ, ਉਹਨਾਂ ਨੇ ਕੀ ਕਿਹਾ ਕਿ ਸਟੇਟ ਰੀਆਰਗੇਨਾਈਜੇਸ਼ਨ ਦਾ ਬੇਸ ਹਮੇਸ਼ਾ ਇੱਕ ਮਤਲਬ ਇੱਕ ਲੈਂਗੁਏਜ ਹੋਣੀ ਚਾਹੀਦੀ ਹੈ। ਤਾਂ ਹੀ ਫਜ਼ਲ ਅਲੀ ਕਮਿਸ਼ਨ ਦਾ ਕੀ ਨਾਮ ਰੱਖਿਆ ਗਿਆ ਸੀ? ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ। ਦਿਸ ਵਾਜ਼ ਦਾ ਬੇਸਿਕਲੀ ਕਮਿਸ਼ਨ, ਠੀਕ ਹੈ, that comes under it. And obviously we know the answer, Fazal Ali Commission C, answer is 3 only. I hope ਤੁਹਾਨੂੰ ਹਿਸਟੋਰੀਕਲ ਚੀਜ਼ਾਂ ਨਾਲ ਜਿਸ ਅਕੋਰਡਿੰਗਲੀ ਮੈਂ ਰਿਲੇਟ ਕਰਾ ਰਹੀ ਹਾਂ, ਹਰ ਇੱਕ ਕਨਸੈਪਟ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਰਿਹਾ। ਨੈਕਸਟ ਲਾਸਟ ਕੁਐਸਚਨ ਐਂਡ ਕੁਐਸਚਨ ਆਫ ਦਾ ਡੇ, ਇਹਦਾ ਆਨਸਰ ਮੈਂ ਨਹੀਂ ਦੱਸੂਗੀ। ਹਰ ਇੱਕ ਸਟੂਡੈਂਟ, ਹਰ ਇੱਕ ਐਸਪਾਇਰੈਂਟ ਜੋ ਮੇਰੀ ਵੀਡੀਓ ਦੇਖ ਰਿਹਾ ਹੈ, ਉਹਨੇ ਇਸ ਨੂੰ ਰਿਪਲਾਈ ਜ਼ਰੂਰ ਕਰਨਾ ਹੈ, ਠੀਕ ਹੈ। ਦ ਕੁਐਸਚਨ ਇਜ਼, which of the following legal provision aid that implement fundamental duties in India? ਕਿਹੜਾ ਐਕਟ ਸੀਗਾ? First option is wildlife, okay, Wildlife Protection Act 1972, Prevention of Insult to National Honor Act 1971, Representation of Peoples Act of 1951. So this is your main question of the day. ਆਪਣੀ ਸੀਰੀਜ਼ ਦਾ ਇੱਕ ਅਸੂਲ ਹੈ, ਸਮਝ ਰਹੇ ਹੋ ਕੀ ਹੈ? ਅਸੂਲ ਹੈ ਕਿ ਹਰ ਇੱਕ ਸੀਰੀਜ਼, ਹਰ ਇੱਕ ਡੇ, ਜਿਵੇਂ ਜਿਵੇਂ ਆਪਣਾ ਸੈਸ਼ਨ ਚੱਲੂਗਾ, ਹਰ ਰੋਜ਼ ਇੱਕ ਕੁਐਸਚਨ ਆਫ ਦਾ ਡੇ ਆਊਗਾ, ਜਿਹਦਾ ਮੈਂ ਆਨਸਰ ਨਹੀਂ ਕਰੂੰਗੀ, that in the comments you have to answer me. And this was all about today, ਆਪਣੇ 10 questions. Hope you like this video. ਹੋਪ ਤੁਹਾਨੂੰ ਸਮਝ ਆਇਆ ਕੀ ਸਾਰਾ ਕਨਸੈਪਟ ਸੀ 10 ਕੁਐਸਚਨਸ ਦਾ, ਕਿ ਜਿਹਦੇ ਵਿੱਚ ਆਪਾਂ ਨੇ ਪੁਆਇੰਟ ਟੂ ਪੁਆਇੰਟ ਹਰ ਇੱਕ ਆਪਸ਼ਨ ਦੇ ਰਿਗਾਰਡਿੰਗ, ਆਪਸ਼ਨ ਦੇ ਕਨਸੈਪਟ ਦੇ ਰਿਗਾਰਡਿੰਗ ਆਪਾਂ ਨੇ ਸਮਝਿਆ ਕੀ ਚੀਜ਼ ਸੀ, ਠੀਕ ਹੈ। ਐਂਡ ਫॉर more this videos, please attach and subscribe the channel, like and subscribe and share. Thank you for attending this video. Thank you.